कथ कथा है एक जी किश कही न जाई। सोडी सृष्ट सगल तारण को अब गुर रामदास को मिली बड़ाई। राजान राज पानान पान देवान देव उपमा महान सबर छतर तख्त दे मालक गद्दी ते विराजमान धन धन साहिब श्री गुरु ग्रंथ साहिब महाराज तिन्हां दे पावन हजूरी अंदर इलाही बाणी जो आपां लड़ीवार शब्द की विचार करनी है सुननी है। इसे शब्द नूं गुरु के कीर्तनीए सानू कीर्तन रूप विच गा के सुना रहे सन। आओ हुण विचारण दा समा है। विचार नाल जुड़ीए। जुड़न तो पहला सारे रसना नूं सफला कर लईए। कोई रसना वांझी ना रह जावे। सतनाम श्री वाहेगुरु सतनाम श्री वाहेगुरु साहेब जी। गौड़ी महला पंजवा। धन एह थान गोबिंद गुण गाए। कुशल खेम प्रभ आप बसाए। धन एह थान गोविंद गुण गाए। कुशल खेम प्रभ आप बसाए। साहिब श्री गुरु अर्जन साहब महाराज जी दे मुख तो उच्चारण होया शब्द जो मैं दो इस पंक्ति नूं दोहराया है। मेरे पातशाह ज रहमत करदे पए ने। हे भाई गोबिंद दे गुण गावियां मनुख दा ये हिरदा थां भागा वाला बन जाता है। क्योंकि जिस हिरदे विच प्रभु की सिफत सलाह आ वसी उस विच प्रभु ने आप ही सारे सुख आनंद लिया वसाए। ये अखरी अर्थ हो गए। हुण मेरे साहिब जी दे एक एक शब्द नूं असीं वेखांगे क्यों कि जे असीं गहराई तक जाना तो एक एक शब्द नूं वेखना पएगा, ध्यान भी देना पएगा। मेरे साहिब जी बख्शिश कर रहे ने धन एह थान। थान दा अर्थ की करिए? जिथे जाए बह मेरा सतगुरु सो थान। सुहावा राम राजे। थान थान तो भाव है थड़ा। अस्थान कह लिए, थां बैठण वाला कह लिए, अस्थान कह लिए जां थान कह लिए। ते जिस थां ते मेरा साहिब जी बह जावे वो थां भागां वाली हो जाती है। जिथे जाए बह मेरा सतगुरु सो थान। सुहावा राम राजे। सो
ਤੋਂ ਭਾਵ ਹੈ ਉਹ ਥਾਂ ਭਾਗਾਂ ਵਾਲਾ ਹੋ ਜਾਂਦਾ ਜਿੱਥੇ ਮੇਰੇ ਸਤਿਗੁਰੂ ਜੇ ਚਰਨ ਪੈ ਜਾਣ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਉਹ ਤਾਂ ਥਾਂ ਭਾਗਾਂ ਵਾਲੀ ਹੋ ਗਈ ਜਿੱਥੇ ਮੇਰੇ ਪਾਤਸ਼ਾਹ ਦੇ ਚਰਨ ਪਾਏ ਗਏ। ਧੰਨ ਧੰਨ ਰਾਮਦਾਸ ਗੁਰ ਜਿਨ ਸ਼੍ਰਿਆ ਤਿਨੈ ਸਵਾਰਿਆ। ਹੁਣ ਆਪਾਂ ਥੋੜਾ ਜਿਹਾ ਇਸ ਪਾਸੇ ਆਵਾਂਗੇ ਕਿਉਂਕਿ ਇਹ ਸਾਹਿਬਾਂ ਦੇ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਵੀ ਆਪਾਂ ਇਸ ਵੀਕ ਵਿੱਚ ਮਨਾਉਂਦੇ ਆ ਰਹੇ ਹਾਂ, ਮਨਾਵਾਂਗੇ। ਹੁਣ ਮੈਂ ਥਾਂ ਤੇ ਰੁਕਾਂਗਾ ਵੀ ਥਾਂ ਕੀ ਹੈ। ਧੰਨ ਇਹ ਥਾਨ, ਇਹ ਥਾਨ, ਇਹ ਥਾਨ ਤੋਂ ਭਾਵ ਇਹ ਜਿਹੜਾ ਥਾਨ ਹੈ ਇਹ ਹਿਰਦਾ ਥਾਂ, ਹਿਰਦਾ ਘਰ। ਇੱਕ ਥਾਂ ਹੁੰਦੀ ਹੈ ਜਿੱਥੇ ਆਪਾਂ ਬੈਠੇ ਆ, ਕਹਿੰਦੇ ਨੇ ਫਲਾਣੇ ਨੇ ਥਾਂ ਬੜੀ ਵਧੀਆ ਬਣਾਈ ਹੈ, ਉਹਨੇ ਥਾਂ ਸੋਹਣੀ ਬਣਾ ਲਈ ਹੈ ਆਪਦੇ ਰਹਿਣ ਵਾਸਤੇ। ਪਰ ਜਿੱਥੇ ਗੁਰੂ ਨੇ ਰਹਿਣਾ ਹੈ ਉਹ ਥਾਂ ਕਿਵੇਂ ਜੀ ਹੋਣੀ ਚਾਹੀਦੀ ਹੈ, ਉਹ ਵੀ ਸੋਹਣੀ ਹੋਣੀ ਚਾਹੀਦੀ ਹੈ, ਜਿੱਥੇ ਗੁਰੂ ਦਾ ਨਿਵਾਸ ਹੋਣਾ ਹੈ। ਹੁਣ ਇਹ ਥਾਂ ਦੀ ਆਪਾਂ ਗੱਲ ਕਰਦਿਆਂ ਹੋਇਆਂ ਥਾਂ ਦਾ ਅਰਥ ਕਰ ਲਈਏ ਥੜਾ, ਥਾਨ ਦਾ ਅਰਥ ਕਰ ਲਈਏ ਥਾਂ ਥੜਾ। ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਆਪਾਂ ਸੇਵਾ ਤੇ ਸਿਮਰਨ ਦੀ ਗੱਲ ਕਰਦੇ ਹਾਂ ਜਾਂ ਥਾਂ ਦੀ ਗੱਲ ਕਰਨੀ ਹੈ, ਨਾਨਕ ਨਾਮ ਨਿਰੰਜਨ ਜਾਣਿਓ, ਨਾਨਕ ਨੇ ਨਿਰੰਜਨ ਮਾਇਆ ਦੀ ਕਾਲਕ ਤੋਂ ਪਰੇ ਪ੍ਰਮਾਤਮਾ ਦੇ ਨਾਮ ਨੂੰ ਆਪ ਜਾਣਿਆ ਤੇ ਜਣਾਇਆ, ਫਿਰ ਸਮਝਾਇਆ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ। ਲਿਵ ਲਾ ਕੇ ਪ੍ਰੇਮਾ ਭਗਤੀ ਵਿੱਚ ਪ੍ਰਮਾਤਮਾ ਦੇ ਨਾਮ ਦੀ ਆਪ ਬੰਦਗੀ ਕੀਤੀ ਤੇ ਬੰਦਗੀ ਕਰਨ ਵਾਸਤੇ ਦਰਸਾਇਆ। ਆਪ ਨੇ ਹਲ ਵਾਹਿਆ ਤੇ ਦੂਸਰਿਆਂ ਨੂੰ ਕਿਰਤ ਕਰਨ ਵਾਸਤੇ ਦੱਸਿਆ ਵੀ ਐਵੇਂ ਕਿਰਤ ਕਰੀ ਦੀ ਹੈ। ਆਪਾਂ ਥਾਂ ਤੇ ਆਉਣਾ ਹੈ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ। ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕਿੰਨੀ ਵਰਸਾਈ। ਸ਼ਬਦ ਤੇ ਸੁਰਤ ਦੀ ਗੁਰੂ ਅਰਜਨ ਸਾਹਿਬ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਵਰਖਾ ਕਰ ਦਿੱਤੀ। ਅਮਰਦਾਸ ਕੀਆ ਕਥ ਕਥਾ ਹੈ। ਭੱਟ ਜੀ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਕਥਾ ਹੀ ਅਕਥ ਹੈ, ਬਿਆਨ ਕਰਨ ਤੋਂ ਪਰੇ ਹੈ। ਗੁਰ ਰਾਮਦਾਸ, ਜਦੋਂ ਗੁਰੂ ਰਾਮਦਾਸ ਜੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਕਿਵੇਂ ਕਿਰਪਾ ਕਰਦੇ ਨੇ, ਇਹ ਆਪਾਂ ਇੱਕ ਇਤਿਹਾਸ ਪੜ੍ਹਦੇ ਸੁਣਦੇ ਆ ਰਹੇ ਹਾਂ। ਇਸ ਸ਼ਬਦ ਨਾਲ ਢੁੱਕ ਰਿਹਾ ਮੈਂ ਥੋੜਾ ਜਿਹਾ, ਤਾਂ ਇਸ ਪਾਸੇ ਲਿਆਇਆ। ਨਾਲੇ ਅੱਜ ਪਰਬ ਵੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋਤੀ ਜੋਤ, ਗੁਰੂ ਅਮਰਦਾਸ ਮਹਾਰਾਜ ਦਾ। ਤੇ ਜਦੋਂ ਜਿਸ ਥਾਂ ਤੇ ਆਪ ਨੇ ਬੈਠਣਾ ਹੈ ਨਾ, ਉਸ ਥਾਂ ਨੂੰ ਸਵਾਰ ਰਹੇ ਨੇ, ਸ਼ਿੰਗਾਰ ਰਹੇ ਨੇ। ਇਤਿਹਾਸ ਬਾਹਰ ਪੱਖੋਂ ਵੇਖੀਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਬਾਵਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਨਾ, ਬਾਵਲੀ ਦੀ, ਬਾਵਲੀ ਸਾਹਿਬ ਸਤਿਗੁਰੂ ਜੀ ਨੇ ਪਹਿਲਾਂ ਥੋੜਾ ਜਿਹਾ ਇਹ ਧਿਆਨ ਦਿਵਾਉਣਾ ਚਾਹੁੰਦਾ ਕਿ ਕਿਉਂ ਉਸ ਬਾਵਲੀ ਸਾਹਿਬ ਦੀ ਉਸਾਰੀ ਕੀਤੀ। ਇੱਕ ਮੇਰੇ ਪਾਤਸ਼ਾਹ ਦਾ ਇਹ ਸੀ ਮਕਸਦ ਕਿ ਬਾਵਲੀ ਜਿਹੜੀ ਹੈ ਸਾਰਿਆਂ ਦੇ ਵਾਸਤੇ ਬਰਾਬਰਤਾ ਦਾ ਪ੍ਰਤੀਕ ਹੈ। ਜਿਵੇਂ ਇੱਕ ਖੂਹ ਹੋਵੇ ਤੇ ਉਸ ਖੂਹ ਤੋਂ ਸਾਰੇ ਪਾਣੀ ਭਰਨ। ਸਰੋਵਰਾਂ ਦਾ ਭਾਵ ਇਹ ਸੀ ਕਿ 5 ਸਰੋਵਰ ਮੇਰੇ ਸਾਹਿਬਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਬਣਾਏ ਵੀ ਸਰੋਵਰ ਦੇ ਵਿੱਚ ਸਿੱਖ ਸੇਵਕ ਜਿਹੜਾ ਮਰਜੀ ਆ ਕੇ ਨਹਾਏ, ਇਸ਼ਨਾਨ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕੋਈ ਜਾਤ ਪਾਤ ਦੇ ਵਿਤਕਰੇ ਮਿਟ ਜਾਣ। ਪੰਗਤ ਤੇ ਸੰਗਤ ਦਾ ਵੀ ਭਾਵ ਇਹ ਸੀ, ਪਹਿਲਾਂ ਪੰਗਤ ਦੇ ਬਾਅਦ ਵਿੱਚੋਂ ਸੰਗਤ ਦਾ ਕਿਹਾ ਸੀ ਵੀ ਸੰਗਤ ਦੇ ਵਿੱਚ ਊਚ ਨੀਚ ਜਾਤ ਪਾਤ ਖਤਮ ਹੋ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਹੁਣ ਇੱਕ ਟਿਕਾਣਾ ਬਣਾਉਣ ਲੱਗੇ ਨੇ ਜਿੱਥੇ ਉਹਨਾਂ ਨੇ ਸਦਾ ਲਈ ਆਪਣਾ ਨਿਵਾਸ, ਸਦਾ ਲਈ ਵਸੇਬਾ ਕਰਨਾ ਹੈ। ਤੇ ਟਿਕਾਣਾ ਬਣਾਉਣ ਲੱਗੇ। ਕਿਹੜਾ ਟਿਕਾਣਾ ਬਣਾ ਰਹੇ ਸਨ? ਅੱਜ ਭਾਈ ਰਾਮਾ ਜੀ ਨੂੰ ਥਾਨ ਦੀ ਗੱਲ ਹੈ ਤੇ ਭਾਈ ਜੇਠਾ ਜੀ ਜਦੋਂ ਗੁਰਿਆਈ ਨਹੀਂ ਸੀ ਮਿਲੀ, ਉਹਨਾਂ ਨੂੰ ਜੇਠਾ ਜੀ ਆਖਿਆ। ਪਰ ਮੈਂ ਸ਼ਬਦ ਆਪ ਨਾਲ ਭਾਈ ਸਤੇ ਜੀ ਦਾ ਤੇ ਭਾਈ ਬਲਵੰਡ ਦੀ
ये गुरु बाणी जिहड़ी है ना, ये उन्हां दे मुख तो गुरु साहब की सिफत का मैं शब्द पढ़िया। धन धन रामदास गुर जिन सिरिया तिने सवारिया। जिसने सिरिया मीनस सिरजिया है, बनाया, फिर उन्हें सवारिया है, ते सवारिया शिंगारिया है। धन धन रामदास गुर जिन सिरिया तिने सवारिया। पूरी होई करामात। करामात इत्थे किसी जादूगरी वाली करामात नहीं है, कोई अजमत वाली ओहो जी करामात की गल नहीं है। पूरी होई करामात तो भाव है कर्म दी अत हो गई। कर्म दी अत तो भाव है सेवा एहो जी कीती कि सेवा करके अपने गुरु नूं रिझा लिया। जिवें धन गुरु अमरदास महाराज ने खुद सेवा कीती सी, 12 वरे सेवा कीती, ते फिर प्रीख्या दी घड़ी आई, उस विच भी सफल होए, ते आप निमाणियां दे मान बन गए। आप निताणियां दे ताण, निधरियां दी धिर, ते नगत्तियां दी गत, निपत्तियां दी पत, निपत्तियां दी पत, निआसरियां दे आसरे हो निबड़े। ते धन गुरु अमरदास महाराज, अमरदास की अकथ कथा है। उन्हां दी कथा अकथ है, बयान करन तो परे है। ते जदों आप जी ने टिकाणा बनाया दूसरे थां ते हुण एक परचा पा दिता है। वो परचा किहो जिहा पाया? भाई रामा जी नूं कहण लगे, भाई रामा जी, ये जिहड़ी बाउली साहब की सेवा हो रही है ना, सारियां दे लई बराबरता दा प्रतीक है। ऊच नीच जात पात दा इत्थे वितकरा मिटेगा, सारे आके इशनान करनगे, इस विचों जल छकणगे, ते ये सेवा चल रही है। दुपहरे परछावां दरख्तां दा किधर हुंदा है, लौडले किधर, ते शाम नूं किस पासे चले जांदा है। एक पासे मेरे पातशाह ने कहा, भाई रामा जी तुसीं इत्थे थड़ा बना दिओ, असीं लौडले इत्थे बैठ के संगतां दे कोलों सेवा कराया करांगे। एक पासे भाई जेठा जी नूं कह दिता कि तुसीं थड़ा बना दिओ, असीं इत्थे इस समय ब्याह करांगे। हुण दोवें ही भाई रामा जी ते धन धन साहब श्री गुरु रामदास जिहड़े ने अजे सिख रूप विच ने, आप जी नूं थड़े बनाउण वास्ते क्या, थड़े बनाउणे शुरू कर दिते। थड़े बन गए। किहड़े थड़ियां दी गल चल रही सी, किहड़े थड़े बनने चाहिए सन। सतगुरु ते चोज ही कर रहे ने। किहड़े चोज कर रहे ने, उन्हां दी रमज कोई विरला ही समझदा है। थड़े बन रहे ने, थड़े बन गए। शामां नूं मेरे पातशाह आए ते कहण लगे, भाई रामिया, ये जिहड़ा थड़ा है ना ठीक नहीं बनिया, इवें कहा सी तुसीं इवें बना दिता है। कहण लगे जी ढा के बना देने आ। फिर सतगुरु गुरु अमरदास महाराज जी भाई जेठा जी पास आउंदे ने, कहण लगे थड़ा ते इवें आखिया सी, तुसीं इस तरह करिया बनाया। कहण लगे महाराज जिवें हुक्म होवे। दूसरा दिन फिर पै गया थड़ा, फिर वेखण आए ने। फिर मेरे धन गुरु अमरदास महाराज जी कहण लगे, भाई रामा थड़ा ते इवें आखिया सी, तुसीं इवें बना दिता है। मन दे विच तलखी जी आउणी शुरू हो गई भी कहंदे रोज ने इस तरह बनाओ, जिवें जा कहने उवें जा बना देने, भुल जांदे ने। कहण लगे बना देने हो दूसरी तरह। फिर बनाउणा शुरू कर दिता। हुण फिर भाई जेठा जी पास आए ने, कहण लगे थड़ा इवें किहा सी, इवें बनाया महाराज जिवें आप जी दा हुक्म होवे। तीसरा दिन फिर पै गया। तीसरे दिन फिर मेरे पातशाह भाई रामे पास आए, कहण लगे थड़ा इवें नहीं, इवें बनाउणा सी, तुहानूं पता ही नहीं लग्या। बस उसे वेले भाई रामा जी जिहड़े सन, हुण गल तां कुछ रमज दी चल रही सी, हुक्म दी चल रही सी, निरे थड़ियां दी बैठण दी नहीं सी गल। उन्हां दे मन दे विचों इक्को दम फुरना फुरिया। कहण लगे हुण तुसीं वडेरी उम्र दे हो गए हो। वड्डी उम्र दे होण कारण, क्योंकि 62 सालां दी आयु विच ते आप जी गुरु अंगद साहब महाराज दी सेवा करदे ने, 12 साल सेवा निभाउंदे ने,
ਤੇ ਆਪ ਦੀ ਆਯੂ ਲਗਭਗ 74 ਸਾਲਾਂ ਦੀ ਹੋ ਜਾਂਦੀ ਹੈ ਤੇ ਹੁਣ 95 ਸਾਲਾਂ ਦੀ ਲਗਭਗ ਆਯੂ ਹੋਰ ਲੱਗੀ ਹੈ। ਤੇ 17-72 ਲੋਕ ਆਮ ਕਹਿ ਦਿੰਦੇ ਸਨ, ਹੁਣ 17-72 ਹੋ ਗਿਆ, ਇਹਨੂੰ ਹੁਣ ਇਹਦੀ ਸਮਝ ਨਹੀਂ ਰਹਿ ਗਈ। ਤੇ ਹੁਣ ਆਪ ਜੀ ਦੀ ਆਯੂ 95 ਸਾਲ ਦੀ ਹੈ। ਭਾਈ ਰਾਮਾ ਜੀ ਹੁਣ ਗੁਰੂ ਸਾਹਿਬ ਨੂੰ ਨਹੀਂ ਵੇਖ ਰਹੇ, ਗੁਰੂ ਦੀ ਆਯੂ ਨੂੰ ਵੇਖ ਰਹੇ ਨੇ ਕਿ ਹੁਣ ਇਹ ਵਡੇਰੀ ਉਮਰ ਦੇ ਹੋ ਗਏ ਨੇ, ਜੋ ਦੱਸਦੇ ਨੇ ਆਪਣੇ ਆਪ ਰੋਜ਼ ਭੁੱਲ ਜਾਂਦੇ ਨੇ। ਅਸੀਂ ਤੇ ਥੜਾ ਉਵੇਂ ਹੀ ਬਣਾਉਂਦੇ ਹਾਂ, ਤਿਲ ਮਿਲਾ ਗਏ, ਕਹਿਣ ਲੱਗੇ ਹੁਣ ਤੁਹਾਡਾ ਕਸੂਰ ਨਹੀਂ ਹੈ, ਤੁਸੀਂ ਹੋ ਗਏ ਵਡਾਰੀ ਉਮਰ ਦੇ, ਤੇ ਇਸ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ ਥੜਾ, ਤੇ ਜਿਵੇਂ ਕਿ ਅਸੀਂ ਉਵੇਂ ਹੀ ਬਣਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਪਾਸ ਜਦੋਂ ਆਏ ਤੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਕਹਿਣ ਲੱਗੇ, ਭਾਈ ਜੇਠਿਆ ਥੜਾ ਐਵੇਂ ਨਹੀਂ, ਐਵੇਂ ਬਣਾਉਣਾ ਸੀ, ਤੇ ਚਰਨਾਂ ਤੇ ਟਹਿ ਪਏ। ਕਹਿਣ ਲੱਗੇ, ਧੰਨ ਹੋ ਮਹਾਰਾਜ, ਅਸੀਂ ਰੋਜ਼ ਭੁੱਲ ਕਰਦੇ ਹਾਂ, ਰੋਜ਼ ਭੁੱਲ ਕਰਦੇ ਹਾਂ, ਤੁਸੀਂ ਸਾਡੀ ਭੁੱਲ ਨੂੰ ਚਿਤਾਰਦੇ ਹੀ ਨਹੀਂ, ਤੇ ਤੁਸੀਂ ਸਾਨੂੰ ਰੋਜ਼ ਹੀ ਸਾਨੂੰ ਸਮਝਾ ਦਿੰਦੇ ਹੋ, ਪਰ ਸਾਡੇ ਉੱਤੇ ਕਦੀ ਵੀ ਤੁਸੀਂ ਸਾਡੇ ਔਗਣਾਂ ਨੂੰ ਨਾ ਚਿਤਾਰਦਿਆਂ ਹੋਇਆਂ ਸਾਡੇ ਤੇ ਤੁਸੀਂ ਰੋਜ਼ ਕਿਰਪਾ ਕਰ ਦਿੰਦੇ ਹੋ, ਤੇ ਚਰਨਾਂ ਤੇ ਢਹਿ ਪਏ। ਬਖਸ਼ੰਦ ਦਾਤਿਆ, ਤੁਸੀਂ ਸਾਡੀਆਂ ਭੁੱਲਾਂ ਨੂੰ ਨਹੀਂ ਚਿਤਾਰਦੇ, ਬੜੀ ਸਾਡੇ ਤੇ ਕਿਰਪਾ ਕਰਦੇ ਹੋ। ਬਸ ਇੰਨੀ ਗੱਲ ਸੀ, ਇੰਨੇ ਹੀ ਅੰਦਰ ਦੇ ਬੋਲ ਸੁਣਨੇ ਸਨ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ। ਹੁਣ ਉਹ ਜਿਹੜੀ ਗੁਰਤਾ ਗੱਦੀ ਗੁਰਿਆਈ ਹੈ, ਉਹ ਜਿਹੜੀ ਵਡਿਆਈ ਹੈ, ਜਿਸ ਨੂੰ ਅਸੀਂ ਹੁਣੇ ਪੜ੍ਹ ਰਹੇ ਸਾਂ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ। ਕਰਾਮਾਤ ਤੋਂ ਭਾਵ ਹੈ ਕਰਮ ਦੀ ਅੱਤ ਹੋ ਗਈ। ਆਪ ਸਿਰਜਣ ਹਾਰੈ ਧਾਰਿਆ। ਹੁਣ ਸਿਰਜਣ ਹਾਰੇ ਪਰਮਾਤਮਾ ਨੇ ਆਪ ਉੱਥੇ ਨਿਵਾਸ ਆਪਣਾ। ਹੁਣ ਗੱਲ ਥੜਿਆਂ ਦੀ ਨਹੀਂ ਸੀ, ਗੱਲ ਤੇ ਸੀ ਹਿਰਦੇ ਰੂਪੀ ਥੜੇ ਦੀ, ਵੀ ਕਿਹੜੇ ਥੜੇ ਤੇ ਬੈਠਿਆ ਜਾਵੇ, ਕਿਹੜੇ ਥੜੇ ਤੇ ਨਿਵਾਸ ਕੀਤਾ ਜਾਵੇ। ਗੱਲ ਹਿਰਦੇ ਥੜੇ ਦੀ ਗੱਲ ਸੀ, ਗੱਲ ਉਹਨਾਂ ਬਾਹਰ ਦਿਆਂ ਥੜਿਆਂ ਦੀ ਗੱਲ ਨਹੀਂ ਸੀ, ਵੀ ਕਿਹੜੇ ਹਿਰਦੇ ਤੇ, ਕਿਹੜੇ ਹਿਰਦੇ ਰੂਪੀ ਥੜੇ ਤੇ ਸਾਡਾ ਨਿਵਾਸ ਹੋਣਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੇਖ ਲਿਆ, ਤੇ ਜਦੋਂ ਉਸ ਥੜੇ ਤੇ ਆਪਣਾ ਨਿਵਾਸ ਕਰਾਉਣਾ ਹੈ, ਆਪਣਾ ਸਦਾ ਲਈ ਟਿਕਾਣਾ ਬਣਾਉਣਾ ਹੈ, ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਕਹਿੰਦੇ ਨੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖਾਂ ਅਤੇ ਸੰਗਤਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾਉਣਾ ਸੀ, ਹੁਣ ਇਹ ਸਰੀਰ ਨੂੰ ਤਿਲਾਂਜਲੀ ਦੇਣੀ ਸੀ, ਇਹ ਸਾਰੇ ਕੌਤਕ ਮੇਰੇ ਪਾਤਸ਼ਾਹ ਪਹਿਲਾਂ ਕਰ ਰਹੇ ਨੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜਦੋਂ ਗੁਰਿਆਈ ਦੇਣੀ ਸੀ ਨਾ, ਜਿਵੇਂ ਆਪ ਦੀ ਪ੍ਰੀਖਿਆ ਹੋਈ ਹੈ ਕਿ ਪ੍ਰੀਖਿਆਵਾਂ ਹੁੰਦੀਆਂ ਰਹੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੇਣੀ ਸੀ, ਪ੍ਰੀਖਿਆ ਹੋਈ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਗੁਰਿਆਈ ਦਾ ਇਹ ਮਾਣ ਮਿਲਣਾ ਸੀ, ਪ੍ਰੀਖਿਆ ਹੋਈ। ਤੇ ਧੰਨ ਗੁਰੂ ਅੰਗਦ ਮਹਾਰਾਜ ਨੇ ਜਦੋਂ ਗੁਰੂ ਅਮਰਦਾਸ ਜੀ ਦੀ ਪ੍ਰੀਖਿਆ ਇਹੋ ਜਿਹੀ ਕਰੜੀ ਲਈ ਸੀ, ਜਿਸ ਵਿੱਚ ਪਾਸ ਹੋਏ। ਤੇ ਗੁਰਿਆਈ ਪਾ ਕੇ ਵੀ ਧਿਆਨ ਦਿਆ ਜੇ, ਜਦੋਂ ਦਾਤੂ ਜੀ ਆ ਗਏ, ਆਪ ਗੁਰੂ ਅਮਰਦਾਸ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਦਾਤੂ ਜੀ ਆਏ ਤੇ ਲੱਤ ਮਾਰ ਦਿੱਤੀ। ਲੱਤ ਮਾਰੀ ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਦੀ, ਬਾਬੇ ਦਾਤੂ ਦੀ ਲੱਤ ਫੜ ਕੇ ਕਹਿਣ ਲੱਗੇ, ਇਹ ਸਾਡੇ ਹੱਡ ਜਿਹੜੇ ਨੇ ਇਹ ਹੁਣ ਸਖਤ ਹੋ ਗਏ ਨੇ, ਭਾਵ ਸਾਡੀ ਆਯੂ ਬਜ਼ੁਰਗ ਹੋਣ ਕਰਕੇ ਹੱਡ ਕਰੜੇ ਹੋ ਗਏ ਨੇ, ਲੱਕੜਾਂ ਵਰਗੇ ਨੇ, ਤੇ ਤੁਹਾਡੇ ਚਰਨ ਜਿਹੜੇ ਨੇ ਕੋਮਲ ਤੇ ਸੌਫਟ ਨੇ, ਬੜੇ ਨਰਮ ਨੇ। ਤੁਹਾਡੇ ਚਰਨ ਦੇ ਕੋਈ ਦਰਦ ਹੋਈ ਹੋਏਗੀ, ਹੱਡ ਜਿਹੜੇ ਸੁੱਕੇ ਤੁਸੀਂ। ਤੇ ਆਪ ਜੀ ਨੇ ਲੱਤ ਫੜੀ ਤੇ ਲੱਤ ਫੜ ਕੇ ਘੁੱਟਣ ਲੱਗੇ। ਬਸ ਇੰਨੇ ਬੋਲ ਸਣ, ਦਰਦ ਹੋਣੀ ਸ਼ੁਰੂ ਹੋ ਗਈ ਸੀ। ਪਰ ਜਦੋਂ ਗੁਰਿਆਈ ਦੇਣ ਲੱਗੇ ਨੇ, ਉਦੋਂ ਦਾਤੂ ਜੀ, ਦਾਸੂ ਜੀ
ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਆਪ ਜਿਹੜੇ ਸਪੁੱਤਰ ਸਨ ਉਹਨਾਂ ਨੂੰ ਵੀ ਬੁਲਾਇਆ ਹੈ। ਸਿੱਖ ਅਤੇ ਸੰਗਤਾਂ ਇਕੱਠੀਆਂ ਹੋ ਗਈਆਂ, ਦਰਬਾਰ ਸਜਾਇਆ ਗਿਆ। ਪੰਡਾਲ ਦੇ ਵਿੱਚ ਇਲਾਹੀ ਬਾਣੀ ਦਾ ਦੀਵਾਨ ਦੇ ਵਿੱਚ ਗੁਰੂ ਕੀ ਬਾਣੀ ਦਾ ਜਸ ਹੋ ਰਿਹਾ ਹੈ। ਸੰਗਤਾਂ ਨੂੰ ਬੁਲਾਇਆ, ਇਕੱਠਿਆਂ ਕੀਤਾ। ਇਕੱਠਿਆਂ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ, ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸੀ ਨਾ, ਬਾਬਾ ਅਮਰਦਾਸ ਨੂੰ ਇਸ਼ਨਾਨ ਕਰਾਓ, ਨਵਾਂ ਚੋਲਾ ਪਵਾ ਕੇ ਲਿਆਓ ਤੇ ਸਿੰਘਾਸਣ ਤੇ ਬਿਠਾਇਆ ਤੇ 5 ਪੈਸੇ ਤੇ ਨਾਲੀਅਰ ਲੱਗ ਕੇ ਪਰਿਕਰਮਾ ਕਰਕੇ ਮੱਥਾ ਟੇਕਿਆ। ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਐਵੇਂ ਹੀ ਕੀਤਾ ਹੈ। ਬਾਬਾ ਬੁੱਢਾ ਜੀ ਜਾਓ, ਰਾਮਦਾਸ ਦੇ ਸਿਰ ਤੇ ਜਿਹੜੀ ਟੋਕਰੀ ਹੈ, ਬਾਉਲੀ ਸਾਹਿਬ ਦੀ ਸੇਵਾ ਹੋ ਰਹੀ ਹੈ, ਮਿੱਟੀ ਪੁੱਟ ਕੇ ਉਹ ਬਾਹਰ ਸੁੱਟ ਰਹੇ ਨੇ। ਜਾਓ ਇਸ ਹੁਣ ਟੋਕਰੀ ਨੂੰ ਉਹਨਾਂ ਦੇ ਸਿਰ ਤੋਂ ਲਾਓ ਤੇ ਉਹਨਾਂ ਦੇ ਸਿਰ ਦੇ ਉੱਤੇ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਨਾ ਗੁਰੂ ਘਰ ਦੀ, ਅੱਜ ਅਸੀਂ ਉਹਨਾਂ ਨੂੰ ਦੇਣੀ ਹੈ। ਅੱਜ ਗੁਰਿਆਈ ਉਹਨਾਂ ਨੂੰ ਦੇਣੀ ਹੈ। ਤੇ ਇਤਿਹਾਸ ਕਹਿ ਰਿਹਾ ਹੈ ਕਿ ਉਸ ਵੇਲੇ ਚੌਥੀ ਪੌੜੀ ਸੀ ਜਿਹੜੀ ਥੱਲੇ ਨੂੰ ਬਾਉਲੀ ਸਾਹਿਬ ਦੀ ਜਾ ਰਹੀ ਸੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਟੋਕਰੀ ਚਾਈ ਹੋਈ ਸੀ, ਚੌਥੀ ਪੌੜੀ ਹੈ। ਉੱਥੇ ਹੁਣ ਵੀ ਉਹ ਇਤਿਹਾਸਕ ਥਾਂ ਬਣਿਆ ਹੋਇਆ, ਥਾਂ ਬਣਾਈ ਹੋਈ ਹੈ, ਜਿੱਥੋਂ ਬਾਬਾ ਬੁੱਢਾ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਸੇਵਾ ਕਰ ਰਹੇ ਸਨ ਤੇ ਮਿੱਟੀ ਦੀ ਭਰੀ ਹੋਈ ਟੋਕਰੀ ਸਿਰ ਤੋਂ ਲਾਈ ਤੇ ਰਹਿਮਤ ਦੇ ਘਰ ਵਿੱਚ ਗੁਰੂ ਅਮਰਦਾਸ ਮਹਾਰਾਜ ਅੱਜ ਗੁਰਿਆਈ ਦੇਣ ਲੱਗੇ ਨੇ। ਸੰਗਤ ਆ ਗਈ, ਦੀਵਾਨ ਸੱਜ ਗਏ, ਇਲਾਹੀ ਬਾਣੀ ਦਾ ਪ੍ਰਵਾਹ ਸ਼ੁਰੂ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਸਿੰਘਾਸਣ ਤੇ ਬਿਠਾਇਆ, ਜਿੱਥੇ ਆਪ ਬੈਠਿਆ ਕਰਦੇ ਸਨ, ਜਿੱਥੇ ਆਪ ਸਦਾ ਬਹਿ ਕੇ ਸੰਗਤਾਂ ਨੂੰ ਸੰਬੋਧਨ ਕਰਿਆ ਕਰਦੇ ਸਨ। ਅੱਜ ਉੱਥੇ ਬਿਠਾਇਆ, ਬਿਠਾ ਕੇ ਆਪ ਪਰਿਕਰਮਾ ਕਰਕੇ ਨਮਸਕਾਰ ਪਹਿਲਾਂ ਆਪ ਕੀਤੀ ਤੇ ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਬੁੱਢਾ ਜੀ ਜਿਹੜਾ ਗੁਰਿਆਈ ਦਾ ਮਰਿਆਦਾ ਹੈ, ਪਰੰਪਰਾ ਹੈ, ਉਹ ਤੁਸੀਂ ਨਿਭਾਓ। ਬਾਬਾ ਬੁੱਢਾ ਜੀ ਨੇ ਗੁਰਿਆਈ ਦੀ ਪਰੰਪਰਾ ਨੂੰ ਨਿਭਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਪਹਿਲਾਂ ਚਰਨਾਂ ਵਿੱਚ ਸ਼ੀਸ਼ ਨਵਾਇਆ ਹੈ ਤੇ ਫਿਰ ਆਪਣੇ ਪੁੱਤਰ ਬਾਬਾ ਮੋਹਰੀ ਜੀ ਨੂੰ ਆਖਿਆ, ਪੁੱਤਰ ਮੋਹਰੀ ਹੁਣ ਇਹਨਾਂ ਦੇ ਚਰਨਾਂ ਵਿੱਚ ਸ਼ੀਸ਼ ਨਵਾਓ। ਆਪਾਂ ਪੜ੍ਹਦੇ ਹਾਂ ਨਾ, ਮੋਹਰੀ ਪੁੱਤ ਸਨਮੁਖ ਹੋਵਾ, ਰਾਮ ਦਾਸੈ ਪੈਰੀ ਪਾਏ ਜੀਓ। ਕਿਵੇਂ? ਮੇਰੇ ਪਾਤਸ਼ਾਹ ਨੇ ਕਿਹਾ, ਅੰਤੇ ਸਤਿਗੁਰ ਬੋਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸੈ ਪੈਰੀ ਪਾਏ ਜੀ। ਹੁਣ ਗੁਰੂ ਰਾਮਦਾਸ ਜੀ ਦੇ ਚਰਨਾਂ ਤੇ ਨਮਸ ਕਰੋ। ਅੰਤੇ ਸਤਿਗੁਰ ਬੋਲਿਆ। ਫਿਰ ਕਿਹਾ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ। ਹੁਣ ਅਸੀਂ ਇਸ ਸਰੀਰ ਨੂੰ ਤਿਲਾਂਜਲੀ ਦੇਣ ਲੱਗੇ ਹਾਂ ਤੇ ਜਿਹੜੀ ਉਹ ਜੋਤ ਹੈ ਇਹ ਹੁਣ ਅਸੀਂ ਇਸ ਹਿਰਦੇ ਘਰ ਦੇ ਵਿੱਚ ਟਿਕਾਉਣ ਲੱਗੇ ਹਾਂ। ਭਾਵ ਸਾਡਾ ਅੱਜ ਤੋਂ ਨਿਵਾਸ ਇਸ ਥੜੇ ਤੇ ਹੋਵੇਗਾ। ਕਿਹੜਾ? ਜਿਹੜਾ ਗੁਰੂ ਰਾਮਦਾਸ ਜੀ ਨੇ ਬਣਾਇਆ ਹੈ। ਉਹ ਬਾਹਰ ਵਾਲਾ ਥੜਾ ਨਹੀਂ, ਹਿਰਦੇ ਰੂਪੀ ਥੜੇ ਦੀ ਗੱਲ ਕੀਤੀ ਹੈ। ਅੱਜ ਤੋਂ ਇਸ ਥੜੇ ਤੇ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜਿਹੜੀ ਉਹ ਜੋਤ ਹੈ ਅੱਜ ਚੌਥੇ ਘਰ ਵਿੱਚ ਚਲੇ ਗਈ ਤੇ ਜਿੱਥੇ ਜੋਤ ਜਾਏਗੀ ਚਾਨਣਾ ਉੱਥੇ ਹੀ ਹੋਏਗਾ, ਕਿਉਂਕਿ ਜੋਤ ਗੁਰੂ ਹੈ। ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ, ਭੱਟਾਂ ਨੇ ਵੀ ਕਿਹਾ, ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਹਰ ਭਾਵ ਪਰਮਾਤਮਾ ਆਪ ਆਇਆ ਹੈ, ਜੋਤ ਉਹੀ ਹੈ, ਪਰ ਨਾ ਉਹਨੇ ਨਾਨਕ ਰਖਵਾਇਆ ਹੈ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਉਹੋ ਹੀ ਜੋਤ ਜਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਵਿੱਚ ਆਈ, ਬਾਬੇ ਲਹਿਣੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਬਣ ਗਏ। ਉਹ ਜੋਤ ਜਦੋਂ ਬਾਬਾ ਅਮਰਦਾਸ ਵਿੱਚ ਆਈ ਤੇ ਫਿਰ ਕੰਨ ਹਰ ਬੂੰਦ ਬਸੁਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, रुद्र ध्यान ज्ञान सतगुर के कब जन पाले उन्हें जो गावै, फिर बन गए भल्ले अमरदास, गुण तेरे तेरी उपमा तोहे बनिया। ओ जोत हुण चौथे
महल विच टिकण लगी है। नानक नाम निरंजन जान्यो कीनी भगत प्रेम लिव लाई। ताते अंगद अंग संग भयो सायर तिन शब्द सुरत किन्नी वरखाई। क्या गुर अमरदास की कथ कथा है एक जी किश कही न जाई। सोडी श्रेष्ठ सगल तारण को अब गुर रामदास को मिली वडाई। हुण गुरु रामदास जी नूं वडियाई है, वो जिहड़ी गुरियाई है गुरता मिल लगी। वडियाई कौन देंदे ने? धन गुरु अमरदास महाराज जी दे रहे ने। ते जदों वडियाई दिती मेरे पातशाह ने आप गुरियाई जदों दिती, धन गुरु अमरदास महाराज जदों अपने शरीर नूं तिलांजलि देण लगे शकायां नूं, ते वो जोत टिकाउण लगे गुरु रामदास विच, ते सिखां सेवकां नूं हदायत कीती इन्हां दे चरणां ते नमस्कार करो। ते नमस्कार करन वास्ते क्या ते भाई सत्ता जी ते भाई बलवंड जी कहते ने धन धन रामदास गुर जिन सिरिया तिने सवारिया पूरी होई करामात। आप सिरजनहार है धारिया सिखी अते संगती संगतां ने, सिखां अते संगतां ने फिर की कीता जी? पार ब्रह्म। धन गुरु रामदास जी नूं किवें नमस्कार कीती? पार ब्रह्म कर, कर तो भाव है पार ब्रह्म जान के नमस्कारिया, नमस्कार कर दी। जदों पार ब्रह्म जान करके नमस्कार कीती है धन गुरु अमरदास महाराज ने फिर अपने शरीर नूं तिलांजलि देण वास्ते ते ये फिर क्या भी हुण असीं अपना शरीर ये जिहड़ा है चोले नूं असीं हुण त्यागण लगे आ। इस शरीर नूं हुण असीं हुण त्याग देना है। ते मेरे पातशाह ने पता की क्या? अंते सतगुर बोलिया। फिर धन गुरु अमरदास महाराज जी बोले ने, की बोले ने? मैं पिछे मेरे पिछों अंते सतगुर बोलिया, मैं पिछे कीर्तन करियो निर्वाण जियो। निर्वाण तो भाव है नरोल गुड़ी की बाणी का कीर्तन करिया जे। अंत सतगुर बोलिया, गुरु रामदास जी नूं गुरियाई दे रहे ने ते आप जी संगतां नूं संबोधन कर रहे ने। अंत सतगुर बोलिया, क्या मैं पिछे कीर्तन करियो निर्वाण जियो। फिर की जी? क्या केसो गोपाल पंडित सद्यो, हर हर कथा पढ़ै पुराण जियो। हुण इत्थे करके सानू बड़ा टपला जिहा लग जांदा है। केसो गोपाल, केसो गोपाल, गो धरती, पाल का अर्थ है धरती का पालनहार। इत्थे कईयां ने अर्थ इहदे एवें कर दिते सानू भुलेखा पाउण वास्ते कि गुरु अमरदास जी ने कहा सी केसो नाम दे गोपाल पंडित नूं सदो ते वो कथा पिछों करे पुराण दी, कुरान दी, पुराण दी कथा करे, गरुड़ पुराण दी। पर नहीं, ਇਹਦਾ अर्थ इवें है केसो। केसो का अर्थ है सोहणे केशां वाला रब परमात्मा। जिवें जिहा आप है उवें जिहा सानू उहने स्वरूप दिता है। जिवें जिहा परमात्मा आप है ना, सानू उहने अपने वर्गा ही बनाया है, पर आपां उहदे वर्गे रहिंदे नहीं है। उहने सानू अपने वर्गा बनाया जिवें जिहा आप सी, पर असीं अपना रूप करूप विच बदल दिंदे आ। केसां दी जदों असीं बदबी बेअदबी करदे आ ना, उहने सानू रूप अपने वर्गा दिता है, पर उहदे वर्गा असीं रह के राजी नहीं है। केसो का अर्थ है केसो केसो कुकी है। हुण भगत जी भी कहते हैं केसो केसो कुकी है, ना सोई है आसार। एक दिवस के कुक ने कबू के सुने पुकार। केसो इत्थे परमात्मा नूं कहा गया, सोहणे केसां वाला, लम्मे केसां वाला, बंके लोयण तेरे दंत रसाला। सोहणे नक जिन लमड़े वाला, वाला का अर्थ करांगे वाल, केस। जिहड़ा सोहणे केसां वाला है, मेरे पातशाह ने कहा जिहड़े बंदिया तेरे केस ने ये रब दे भी ने, ते रब ने तेनों अपने वर्गा स्वरूप दिता। हुण इत्थे अर्थ कर रहे सी आपां ये क्या केसो, केसो तो भाव अर्थ करांगे परमात्मा। गो धरती, पाल धरती का पालनहार, केशो गोपाल। फिर क्या पंडित, पंडित का अर्थ करांगे विद्वान ज्ञानवान, जिन्हों समझ होवे। जिवें
ਜਿਹੜਾ ਸਾਨੂੰ ਗੁਰੂ ਕੀ ਬਾਣੀ ਸੁਣਾਉਂਦਾ ਹੈ ਤੇ ਅਸੀਂ ਗਿਆਨੀ ਕਹਿੰਦੇ ਹਾਂ, ਗਿਆਨ ਹੈ ਉਹਦੇ ਕੋਲ। ਪੰਡਤ ਦਾ ਅਰਥ ਹੈ ਜਿਹੜਾ ਵਿਦਵਾਨ ਹੈ, ਜਿਹਦੇ ਕੋਲ ਗਿਆਨ ਹੈ, ਜਿਹੜਾ ਗੁਰੂ ਦੀ ਗੱਲ ਸੁਣਾਵੇ। ਕਿਆ ਸਿੱਖ ਸੇਵਕ ਕੋਈ ਜਿਹੜਾ ਗਿਆਨਵਾਨ ਹੈ ਗੁਰੂ ਦੀ ਗੱਲ ਦੀ, ਜਿਹਨੂੰ ਰਮਜ ਸਮਝ ਹੈ, ਅਰਥਾਂ ਦਾ ਪਤਾ ਹੈ, ਬਾਣੀ ਪੜ੍ਹ ਕੇ ਸੁਣਾਵੇ। ਕਿਆ ਕੇਸੋ ਗੋਪਾਲ ਪੰਡਿਤ ਸੱਦਿਓ, ਕੀ ਕਰੇ? ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜਿਹੜੀ ਉਹਨਾਂ ਸਮਿਆਂ ਦੇ ਵਿੱਚ ਗਰੜ ਪੁਰਾਣ ਦੀ ਕਥਾ ਹੁੰਦੀ ਸੀ, ਕਿਆ ਪੰਡਿਤ ਵਿਦਵਾਨ ਸਿੱਖ ਕਿਸੇ ਸੇਵਕ ਨੂੰ ਸੱਦੋ ਤੇ ਉਹ ਆ ਕੇ ਬਾਣੀ ਪੜ੍ਹੇ, ਗੁਰੂ ਦਾ ਸ਼ਬਦ ਪੜ੍ਹ ਕੇ ਤੇ ਤੁਹਾਨੂੰ ਵਿਚਾਰ ਕਰਕੇ ਸੁਣਾਵੇ। ਆ ਸੀ ਇਹਦੇ ਅਰਥ। ਤੇ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਜਿਹੜੀ ਪੁਰਾਣਾ ਦੀ ਗਰੜ ਦੀ ਜਿਹੜੀ ਲੋਕ ਕਥਾ ਕਰਦੇ ਨੇ, ਜਿਹੜਾ ਗੁਰੂ ਕੀ ਬਾਣੀ ਪੜ੍ਹ ਕੇ ਸੁਣਾਏਗਾ, ਉਹਨਾਂ ਦੇ ਅਰਥ ਕਰਕੇ ਸੁਣਾਏ। ਕਿਸੇ ਜਿਸ ਨੂੰ ਸਮਝ ਹੈ ਬਾਣੀ ਦੇ ਅਰਥਾਂ ਦੀ, ਗਿਆਨ ਦੀ, ਵਿਚਾਰ ਦੀ, ਉਹ ਮੇਰੇ ਤੋਂ ਬਾਅਦ ਜਿਹੜੀ ਇਲਾਹੀ ਬਾਣੀ, ਜਿਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਹਾ ਨਾ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਤੇ ਮੇਰੇ ਮਗਰੋਂ ਕੇਵਲ ਨਿਰਵਾਣ ਤੋਂ ਭਾਵ ਹੈ ਗੁਰੂ ਕੀ ਬਾਣੀ ਦਾ, ਨਿਰੋਲ ਗੁਰੂ ਕੀ ਬਾਣੀ ਦਾ ਕੀਰਤਨ ਕਰਿਆ ਜੇ, ਹੋਰ ਕਿਸੇ ਗੱਲ ਨੂੰ ਨਾ ਕਰਿਆ ਜੇ। ਪੜ੍ਹਿਆ ਜੇ, ਬਾਣੀ ਨੂੰ ਸੁਣਿਆ ਜੇ, ਤੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਆਪਣੇ ਅਮਲ ਦੇ ਵਿੱਚ ਧਾਰਨ ਕਰਿਆ ਜੇ। ਤੇ ਜਿਹੜਾ ਰੋਵੇਗਾ ਉਹ ਮੈਨੂੰ ਭਾਵੇਗਾ ਨਹੀਂ, ਕਿਉਂਕਿ ਮੇਰੇ ਸਾਹਿਬ ਜੀ ਦੀ ਆਪਾਂ ਬਾਣੀ ਪੜ੍ਹਦਿਆਂ ਨੇ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਸਾਰਾ ਕੁਝ ਉਸ ਮਾਲਕ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਤੇ ਸਾਨੂੰ ਉਸ ਦੇ ਹੁਕਮ ਵਿੱਚ, ਉਸ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਹ ਉਪਦੇਸ਼ ਦੇ ਰਹੇ ਨੇ ਸੰਗਤਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ। ਤੇ ਭਾਈ ਸੁੰਦਰ ਜੀ ਉਸੇ ਉਪਦੇਸ਼ ਨੂੰ, ਉਸੇ ਗੁਰੂ ਕੀ ਸਿੱਖਿਆ ਨੂੰ ਫਿਰ ਬਾਣੀ ਵਜੋਂ, ਜਿਹਨੂੰ ਆਪਾਂ ਰਾਮ ਕਲੀ ਸੱਦ ਕਹਿੰਦੇ ਆ ਨਾ, ਉਹ ਜਿਹੜਾ ਭਾਈ ਸੁੰਦਰ ਜੀ ਨੇ ਫਿਰ ਉਹ ਗੁਰੂ ਦਾ ਉਪਦੇਸ਼ ਸਾਰਾ ਦਰਜ ਕਰ ਦਿੱਤਾ। ਹੁਣ ਸਾਨੂੰ ਇਹ ਧਿਆਨ ਦੇਣਾ ਹੈ ਕਿ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਆਪ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਜਿਸ ਨੂੰ ਪੜ੍ਹਦਿਆਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ। ਤੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਪਾਣੀ ਹੋ ਜਾਂਦਾ ਹੈ। ਜੇ ਨਹੀਂ ਨਾ ਪੈਣ ਤੇ ਫਿਰ ਇਹ ਪਾਣੀ ਪੱਥਰ ਬਣ ਜਾਂਦਾ ਹੈ। ਮੇਰੇ ਕਹਿਣ ਤੋਂ ਭਾਵ ਗੁਰੂ ਸਾਹਿਬ ਜੀ ਦਾ ਇਹ ਸੀ ਕਿ ਭਾਈ ਜਦੋਂ ਗੁਰੂ ਕੀ ਬਾਣੀ ਦੀਆਂ ਤੁਹਾਡੇ ਹਿਰਦੇ ਘਰ ਵਿੱਚ ਕਿਰਨਾਂ ਪੈਣਗੀਆਂ, ਕਠੋਰਤਾ ਖਤਮ ਹੋ ਜਾਵੇਗੀ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਨਰਮ ਹਿਰਦਾ, ਕੋਮਲ ਹਿਰਦਾ ਹੋ ਗਿਆ, ਤੇ ਇਵੇਂ ਜਿਹਾ ਤੁਹਾਡਾ ਵੀ ਹਿਰਦਾ ਹੋਵੇਗਾ ਜਦੋਂ ਬਾਣੀ ਦੀਆਂ ਕਿਰਨਾਂ ਤੁਹਾਡੇ ਹਿਰਦੇ ਘਰ ਵਿੱਚ ਪੈਣਗੀਆਂ। ਬਾਣੀ ਪੜ੍ਹਿਆ ਜੇ ਤੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਗੁਰੂ ਦਾ ਆਪਣਾ, ਉਸ ਹਿਰਦੇ ਘਰ ਦੇ ਵਿੱਚ ਆਪਣਾ ਨਿਵਾਸ ਹੋ ਜਾਂਦਾ ਹੈ। ਜਿੱਥੇ ਗੁਰੂ ਦੇ ਸ਼ਬਦ ਦਾ ਪ੍ਰਵਾਹ ਚੱਲਦਾ ਹੈ, ਬਾਣੀ ਦਾ ਪ੍ਰਵਾਹ ਚੱਲਦਾ ਹੈ, ਉੱਥੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਮੇਰਾ ਆਪਣਾ ਟਿਕਾਣਾ ਹੋਵੇਗਾ, ਸਾਡਾ ਆਪਣਾ ਨਿਵਾਸ ਹੋਵੇਗਾ। ਧੰਨ ਇਹ ਥਾਨ, ਇਹ ਥਾਨ ਤੋਂ ਭਾਵ ਹੈ ਇਹ ਹਿਰਦਾ ਘਰ, ਥਾਨ ਭਾਵ ਜਗ੍ਹਾ ਕਹਿ ਲਓ, ਅਸਥਾਨ ਕਹਿ ਲਓ। ਹਿਰਦਾ ਜਿਹੜਾ ਹੈ ਉਹ ਥਾਨ, ਹਿਰਦਾ ਰੂਪੀ ਘਰ ਭਾਗਾਂ ਵਾਲਾ ਹੋ ਗਿਆ। ਕਿਹੜਾ ਜੀ? ਗੋਬਿੰਦ ਗੁਣ ਗਾਏ, ਗੁਣ ਗਾਏ, ਗੁਣ ਗਾਵਤ ਤੇਰੀ ਉਤਰ ਸਮੈਲ। ਹੇ ਭਾਈ, ਜਿਹੜੇ ਗੁਰੂ ਦੇ ਗੁਣ ਗਾਉਂਦੇ ਨੇ ਉਹਨਾਂ ਦੇ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾ ਕੇ, ਕਿਹੜੇ? ਗੁਰੂ ਦੇ ਰਾਹੀਂ, ਗੁਰੂ ਦੇ ਸ਼ਬਦ ਦੁਆਰਾ ਜਿਹੜੇ ਉਸ ਮਾਲਕ ਦੇ ਗੁਣ ਗਾਉਂਦੇ ਨੇ। ਗੋ ਹੋ ਗਿਆ ਧਰਤੀ, ਵਿੰਦ ਹੋ ਗਿਆ ਧਰਤੀ ਦੇ ਮਾਲਕ ਦੇ ਜਿਹੜੇ ਗੁਣ ਗਾਉਂਦੇ ਨੇ, ਪਰਮਾਤਮਾ ਦੇ, ਪਰਬਦਗਾਰ ਨਿਰੰਕਾਰ ਦੇ। ਕੁਸ਼ਲ ਖੇਮ ਪ੍ਰਭ, ਕੁਸ਼ਲ ਮੰਗਲਤਾ ਜਿਹਨੂੰ ਅਸੀਂ ਕਹਿੰਦੇ ਹਾਂ, ਸੁਖ ਆਨੰਦ, ਕੁਸ਼ਲ ਮੰਗਲ, ਸੁਖ ਸ਼ਾਂਤੀ ਆਖ ਦਈਏ। ਖੇਮ, ਖੇਮ ਤੋਂ ਭਾਵ ਹੈ ਨਾਸ ਰਹਿਤ ਸੁਖ, ਅਬਨਾਸੀ ਸੁਖ। ਅਬਨਾਸੀ ਖੇਮ ਚਾਹੇ ਜੇ ਨਾਨਕ, ਅਬਨਾਸੀ ਖੇਮ ਚਾਹੇ। ਜੇ ਤੂੰ ਨਾਸ ਰਹਿਤ ਆਤਮਕ ਸੁਖ ਚਾਹੁੰਦਾ ਹੈ ਤੇ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਸਦਾ ਸਿਮਰ ਕਿਹਨੂੰ? ਨਾਰਾਇਣ। ਜੇ ਤੈਨੂੰ ਅਬਨਾਸੀ ਤੋਂ ਭਾਵ ਹੈ ਆਤਮਕ ਸੁਖ, ਸਦਾ ਦਾ ਸੁਖ ਚਾਹੁੰਦਾ ਹੈ, ਹਲਤ ਸੁਖ, ਪਲਤ ਸੁਖ ਵਾਲੀ ਅਵਸਥਾ ਆਪਣੀ ਬਣਾਉਣੀ ਚਾਹੁੰਦਾ ਹੈ, ਤੇ ਸਦਾ ਨਾਰਾਇਣ ਪ੍ਰਮਾਤਮਾ ਨੂੰ ਸਿਮਰਿਆ ਕਰ।
अबनाशी जीवन को दाता सिमरत सब मल खोई। जिस नूं सिमरदे आ, मल कहंदे ने मैल अंदरों निकल जाती है। अबनाशी जीवन को दाता सिमरत सब मल खोई। फिर क्या गुण निधान भगतन को बर्तन बिरला पावे कोई। कोई विरला ही इस मनुख इस वस्तु की प्राप्ति करता है। ते रोज पढ़ते सुनते जरूर हाँ भरिया मत पापां कै संग। मत जिहड़ी है ना पापां नाल मैली हो जाती है। मन जिहड़ा मैला हो जावे तो गुरु शब्द नाल साफ होंदा है, तन मैला होवे ते पानी नाल साफ होंदा है। ते जदों मन दी मैल निकल जाती है, मेरे साहब जी कहंदे ने कुशल खेम प्रभ, प्रभ तो भाव है परमात्मा ने आप बसाए। ओ हिरदा घर जिहड़ा है सदा वस जांदा है। वस जाण तो भाव है उत्थे सदा कदी कलेश मुसीबत नहीं रहिंदी। क्यों नहीं रहिंदी? जिहड़ा गुरु का सिख ये कहंदा बिपत तहां जहां हर सिमरन नाही। मेरे साहब कहंदे ने बिपत तहां, तहां तो भाव है उत्थे सदा ही मुसीबत बड़ी रहिंदी है, कलेश बने रहिंदे ने। कदी खिड़ाव नहीं आउंदा, विगास नहीं आउंदा। हमेशा मनुख मुरझाए ते तिल मिलाए रहिंदे ने जिथे सिमरन ना होवे। ध्यान दिया जे जदों मनुख सब कुछ घर विच परिवार विच रब ने हर सहूलत दिती होवे, हर वस्तु पई होवे, पर मनुख फिर भी तिल मिला रहा होवे, भाव दुखी हो रहा होवे, उदों समझ लेना चाहिए कि रब तो असीं बहुत दूर हो गए हाँ। पर कखां दी कुली विच रहिंदा होवे, एक समय मिले ते दूसरे समय भावें ना भी मिलदा होवे, रब दा फिर भी शुकराना करदा होवे, उदों समझ लेना चाहिए कि रब दे नाल साडी नेड़ता बन गई है, क्योंकि साडे अंदरों रब दा शुकराना निकलदा पिया। हर सुख मनुख भोगदिया होया जेकर अंदरों शुक्र नहीं निकलदा, शुकराना नहीं उस परमात्मा दा निकलदा, ते उदों इन्ना समझ लेना चाहिए भी रब तो साड़ियाँ दूरियां बनिया हुई। मेरे साहब जी कहते ने बेपत तहां उथे भाई मुसीबतां ही ने। किथे? जहां हर सिमरन नाही। जहां जिस थां ते जिस हिरदे घर दे विच परमात्मा दा प्रवाह नहीं चलदा, बाणी दा प्रवाह नहीं चलदा, जिस चित्त दे विच चेते रब नहीं आउंदा, उत्थे मनुख तिल मिलाउंदा रहिंदा, दुखी होंदा रहिंदा, विलकदा रहिंदा, जिवें बिना पानी तो मच्छी तड़पदी है, इवें विलकदा है। क्योंकि बाणी कहंदी है जै तन बाणी विसर जाए। जिस दे हिरदे घर विचों रब परमात्मा दा नाम खुंझ जांदा है, वसार देंदा है, वो इवें विलकदा है जिवें किसी नूं रोग लगा होवे ना, कोई पीड़ लगी होवे, रोग लगा होवे ते रोगी जिहड़ा है विलकदा है दर्द दे नाल, पीड़ हुंदी है। जां कईयां नूं कुष्ठ रोग लग जांदा तां विलकदे रहिंदे ने। मेरे साहब जी कहंदे ने जिवें कोड़ी विलक रिहा होवे इवें ही भाई जिहड़े रब तो दूर हो जांदे ने, वो विलकदे रहिंदे ने। बिपत तहां जहां हर सिमरन नाही। जिथे सिमरन नहीं, जै तन बाणी विसर जाए, जो पक्का रोगी विल लाए, ते फिर क्या बहुता बोलन चखण होए, विण बोले जाणै सब सोए। जिहड़ा बहुता बोलन तो भाव है बंदा जदों दुख अपने दुखड़े फरोलदा है, दूसरियां दे नाल दुखड़े फरोलदा है, ते समझ लेना वो अपने आप उन्हें अपने आप दुख सहेड़े होए ने, अपने आप उन्हें दुख सहेड़े होए ने, पर दूसरियां नाल दुखड़े फरोली जांदा पिया। अपने आप तो मनुख दुख सहेड़दा है। ध्यान दिया जे जै तन बाणी विसर जाए, जो पक्का रोगी बिल लाए। जिवें एक कोड़ी विलक रिहा होवे इवें वो विलकदे रहिंदे ने, तड़फदे रहिंदे ने। मेरे साहब जी कहिंदे पए ने बिपत तहां जहां हर सिमरन नाही। जिथे रब दा सिमरन नहीं है वो विलकदा है। फिर अगे पातशाह जी कहंदे ने कोट आनंद जह हर गुण गाही। मैं बजुर्गों को बेनती करांगा, मेरे कन्ना तक तुहाडी आवाज़ आ रही है, प्लीज़। आपां गुरु के घर विच बैठे हाँ,
ਜਦੋਂ ਆਪਾਂ ਗੁਰਦੁਆਰੇ ਬਈਏ ਉਦੋਂ ਗੱਲਾਂ ਨਾ ਕਰਿਆ ਕਰੀਏ। ਹੱਥ ਜੋੜ ਕੇ ਮੇਰੀ ਬੇਨਤੀ ਹੈ ਪਲੀਜ਼, ਕਿਉਂਕਿ ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ। ਗੁਰੂ ਕੋਈ ਗੱਲ ਸੁਣਾ ਰਿਹਾ ਹੋਵੇ ਤੇ ਆਪਾਂ ਆਪਣੀਆਂ ਗੱਲਾਂ ਕਰ ਰਹੇ ਹਾਂ, ਕੋਈ ਥਰਡ ਪਰਸਨ ਕੋਈ ਅਹੁਦੇਦਾਰ ਕੋਈ ਗੱਲ ਕਿਸੇ ਨਾਲ ਕਰ ਰਿਹਾ ਹੋਵੇ ਨਾ, ਤੇ ਅਗਲਾ ਜਿਹੜਾ ਹੈ ਬੈਠਾ ਹੋਵੇ ਉਹ ਸੁਣਦਾ ਨਾ ਹੋਵੇ ਤੇ ਉਹਦਾ ਧਿਆਨ ਪੈ ਜਾਵੇ, ਕਹਿੰਦਾ ਵੀ ਇਹ ਕੀ। ਇੱਕ ਹੋਰ ਉਦਾਹਰਣ ਦੇ ਦਿਆਂ। ਸਾਨੂੰ ਗੁਰੂ ਸਾਹਿਬ ਜੀ ਰੋਜ਼ ਕਹਿੰਦੇ ਨੇ, 4 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਨੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤਾ ਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਕਿਆ ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਸੁਣਦੇ ਨੇ ਨਾ ਉਹਨਾਂ ਦੇ ਅੰਦਰ ਸਦਾ ਵਿਗਾਸ ਬੜਿਆ ਰਹਿੰਦਾ, ਖੇੜਾ ਬਣਿਆ ਰਹਿੰਦਾ। ਮੇਰਾ ਪ੍ਰਕਰਨ ਹੋਰ ਚੱਲ ਰਿਹਾ ਸੀ, ਮੈਂ ਥੋੜਾ ਜਿਹਾ ਇਸ ਪਾਸੇ ਆ ਗਿਆ। ਸਕੂਲ ਵਿੱਚ ਜਦੋਂ ਬੱਚਾ ਪੜ੍ਹਨ ਜਾਂਦਾ ਹੈ ਨਾ, ਟੀਚਰ ਜਿਹੜਾ ਹੈ ਉਹ ਬੋਰਡ ਤੇ ਜੋ ਲਿਖ ਰਿਹਾ ਹੈ ਨਾ, ਉਹ ਬੱਚਾ ਉਹਨੂੰ ਪੜ੍ਹਦਾ ਹੈ, ਉਧਰ ਵੇਖਦਾ ਹੈ ਟੀਚਰ ਦੀ ਕਲਮ ਕਿੱਧਰ ਚੱਲ ਰਹੀ ਹੈ। ਤੇ ਜਿਹੜਾ ਸਟੂਡੈਂਟ ਹੈ ਜਦੋਂ ਧਿਆਨ ਗੱਡ ਕੇ ਵੇਖਦਾ ਹੈ ਤੇ ਉਹ ਅੱਖਰ ਜਿਹੜੇ ਉਹਦੇ ਅੰਦਰ ਉਕਰਦੇ ਜਾਂਦੇ ਨੇ, ਉਹਦੇ ਅੰਦਰ ਵਸਦੇ ਜਾਂਦੇ ਨੇ। ਪਰ ਜੇ ਨਾ ਵੇਖਦਾ ਹੋਵੇ, ਧਿਆਨ ਉਹਦਾ ਗੱਲਾਂ 'ਚ ਹੋਵੇ, ਜਾਂ ਆਪਣੀ ਕੱਢ ਕੇ ਕਿਤਾਬ ਪੜ੍ਹਦਾ ਹੋਵੇ ਦੂਸਰੀ, ਜਾਂ ਕਾਪੀ ਦੇ ਉੱਤੇ ਕੁਛ ਲਿਖਾ ਹੀ ਮਾਰਦਾ ਹੋਵੇ, ਤੇ ਜੋ ਪ੍ਰੋਫੈਸਰ ਨੇ ਕਿਹਾ ਉਹਦੇ ਅੰਦਰ ਉਕਰਨਗੇ ਨਹੀਂ। ਜੇ ਨਾ ਉਕਰੇ ਤੇ ਇਮਤਿਹਾਨ ਵਿੱਚ ਜ਼ਰੂਰ ਰਹਿ ਜਾਏਗਾ, ਉਹ ਜ਼ਰੂਰ ਫੇਲ ਹੋ ਜਾਏਗਾ, ਅਵਸ਼ ਹੋਏਗਾ। ਤੇ ਇਸ ਕਰਕੇ ਜਦੋਂ ਟੀਚਰ ਪੜ੍ਹਾਉਂਦਾ ਹੈ ਨਾ, ਤੇ ਸਾਰੇ ਅੱਗੇ ਸਟੂਡੈਂਟ ਜਿੰਨੇ ਬੈਠੇ ਹੁੰਦੇ ਨੇ ਸਾਰਿਆਂ ਵੱਲੇ ਵਹਿੰਦਾ ਹੈ, ਵੀ ਵੇਖਦਾ ਹੈ, ਤੇ ਸਾਰਿਆਂ ਨੂੰ ਨਾਲੇ ਖੜਿਆ ਕਰਕੇ ਵੀ ਕਈ ਵਾਰੀ ਪੁੱਛ ਲੈਂਦਾ ਵੀ ਆ ਮੈਂ ਕੀ ਲਿਖਿਆ, ਤੇ ਨਾਲੇ ਵੇਖਦਾ ਰਹਿੰਦਾ ਵੀ ਧਿਆਨ ਕਿੰਨਾ ਕੁ ਇੱਧਰ ਹੈਗਾ। ਗੁਰੂ ਪਿਆਰਿਓ, ਜਦੋਂ ਸਿਖਿਆਰਥੀ ਬਣ ਕੇ, ਵਿਦਿਆਰਥੀ ਬਣ ਕੇ ਕੋਈ ਵਿੱਦਿਆ ਪੜ੍ਹਨ ਜਾਂਦਾ ਹੈ ਤੇ ਉਹਨੂੰ ਮਿਲਦੀ ਹੈ, ਉਹਨੂੰ ਬਾਹਰ ਦਾ ਅੱਖਰੀ ਗਿਆਨ ਹੁੰਦਾ ਹੈ। ਤੇ ਇਹ ਜਿਹੜਾ ਗੁਰੂ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਪ੍ਰੋਫੈਸਰ ਹੈ, ਟੀਚਰ ਹੈ। ਤੇ ਜਦੋਂ ਇਹ ਟੀਚਰ ਪ੍ਰੋਫੈਸਰ ਜਦੋਂ ਸਾਨੂੰ ਵਿੱਦਿਆ ਦੇ ਰਿਹਾ ਹੋਵੇ, ਗਿਆਨ ਦੇ ਰਿਹਾ ਹੋਵੇ, ਤੇ ਧਿਆਨ ਨਾਲ ਸੁਣਨਾ ਚਾਹੀਦਾ। ਤੇ ਕਈ ਵਾਰੀ ਇੱਕ ਮੈਂ ਹੋਰ, ਮੇਰਾ ਪ੍ਰਕਰਨ ਇਹ ਵਿੱਚ ਹੀ ਰਹਿ ਜਾਣਾ, ਮੈਂ ਇਸ ਪਾਸੇ ਮੁੜ ਪਿਆ। ਕਈ ਵਾਰੀ ਐਸਾ ਹੁੰਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਭਾਵੇਂ ਗੁਰੂ ਦੀ ਗੱਲ ਕਰਦੇ ਹੋਈਏ, ਚੰਗੀ ਗੱਲ ਕਰੋ, ਜਾਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਲੈ ਕੇ ਬਹਿ ਜਾਂਦੇ ਹਾਂ, ਅਸੀਂ ਆਪਣਾ ਪਾਠ ਕਰਨ ਲੱਗ ਪੈਂਦੇ ਹਾਂ। ਇੱਧਰ ਅਰਦਾਸੀਆ ਅਰਦਾਸ ਕਰਦਾ ਹੁੰਦਾ, ਆਪਾਂ ਆਪਣਾ ਜਪਜੀ ਸਾਹਿਬ ਪੜ੍ਹੀ ਜਾਂਦੇ ਹਾਂ। ਇੱਧਰ ਹੁਕਮਨਾਮਾ ਹੁੰਦਾ ਪਏ, ਆਪਾਂ ਗੁਟਕਾ ਸਾਹਿਬ ਤੇ ਆਪਣਾ ਪਾਠ ਕਰੀ ਜਾਂਦੇ ਹਾਂ। ਕਿਉਂ? ਕਾਰਨ ਕੀ ਹੈ ਕਿ ਅਸੀਂ ਆਪਣੇ ਨੂੰ ਆਪ ਨੂੰ ਜਿਤਾਉਣਾ ਚਾਹੁੰਦੇ ਹਾਂ, ਮੈਂ ਪਾਠ ਕਰਦਾ ਵਾਂ। ਮੈਂ ਕਹਿੰਦਾ ਕਰਦੇ ਕੋਈ ਨਹੀਂ ਹੈਗੇ, ਇਹ ਕਹਿਣਾ ਚਾਹੁੰਦੇ ਨੇ ਵੀ ਅਸੀਂ ਪਾਠ ਕਰਦੇ ਹਾਂ, ਗੁਟਕਾ ਸਾਹਿਬ ਅਸੀਂ ਫੜਿਆ ਹੋਇਆ। ਨੋ, ਗੁਰੂ ਦੀ ਖੁਸ਼ੀ ਨਹੀਂ। ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਹੈ, ਜਿੱਥੇ ਖਲੋਤੇ ਉੱਥੇ ਖਲੋਤੇ ਰਹਿ ਜਾਓ, ਜਿੱਥੇ ਬੈਠੇ ਉੱਥੇ ਬੈਠੇ ਰਹਿ ਜਾਓ, ਐਨ ਸੁੰਨ ਮਨ ਹੋ ਜਾਓ, ਤੇ ਬਿਰਤੀ ਗੁਰੂ ਦੇ ਸ਼ਬਦ ਵਿੱਚ ਹੋਵੇ, ਗੁਰੂ ਅੱਜ ਸਾਨੂੰ ਹੁਕਮ ਕੀ ਕਰ ਰਿਹਾ। ਪਰ ਅਸੀਂ ਆਪਣੀਆਂ ਗੱਲਾਂ ਹੀ ਕਰੀ ਗਏ। ਜਾਂ ਆਪਣਾ ਟੀਚਰ ਪੜ੍ਹਾ ਰਿਹਾ ਹੈ ਤੇ ਵਿਦਿਆਰਥੀ ਨੂੰ ਪੁੱਛਿਆ ਵੀ ਪੁੱਤਰ ਤੂੰ ਕੀ ਕਰ ਰਿਹਾ, ਕਹਿੰਦਾ ਮੈਂ ਵੀ ਤੇ ਪੜ੍ਹ ਰਿਹਾ। ਕਹਿੰਦਾ ਕੀ ਪੜ੍ਹ ਰਿਹਾ? ਕਹਿੰਦਾ ਮੈਂ ਹੋਮਵਰਕ ਕਰ ਰਿਹਾ, ਮੇਰਾ ਹੋਮਵਰਕ ਘਰ ਦਾ ਰਹਿ ਗਿਆ ਸੀ, ਮੈਂ ਉਹਨੂੰ ਕਰ ਰਿਹਾ। ਤਾਂ ਟੀਚਰ ਕਹਿੰਦਾ ਪੁੱਤਰ ਹੋਮ ਪਲੱਸ ਵਰਕ, ਵਰਕ ਕਿਹੜਾ ਸੀ? ਇਹ ਤੇ ਘਰ ਦਾ ਵਰਕ ਸੀ, ਤੇ ਘਰ ਕਰਨਾ ਸੀ ਇੱਥੇ, ਤੇ ਜੋ ਮੈਂ ਪੜ੍ਹਾ ਰਿਹਾ ਉਹ ਤੈਨੂੰ ਸੁਣਨਾ ਚਾਹੀਦਾ ਹੈ। ਪਰ ਆਪਾਂ ਘਰ ਦਾ ਵਰਕ ਵੀ ਕਈ ਵਾਰੀ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੀ ਕਰਦੇ ਰਹਿੰਦੇ ਆ। ਨਾ ਕਰਿਆ ਕਰੋ, ਘਰ ਦਾ ਵਰਕ ਜਿਹੜਾ ਹੈ ਨਾ ਘਰ ਵਿੱਚ ਹੀ ਕਰਿਆ ਕਰੋ। ਇੱਥੇ ਤੇ ਜੋ ਗੁਰੂ ਸਮਝਾ ਰਿਹਾ ਹੈ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰੋਫੈਸਰ ਸਾਡੇ ਦੱਸ ਰਹੇ ਨੇ, ਉਹ ਇੱਥੇ ਇਹੋ ਹੀ ਹੋਣਾ ਚਾਹੀਦਾ, ਦੂਸਰਾ ਨਹੀਂ ਹੋਣਾ ਚਾਹੀਦਾ। ਸਾਧ ਸੰਗਤ, ਮੇਰਾ ਪ੍ਰਕਰਨ ਪਾਸੇ ਚੱਲ ਰਿਹਾ ਸੀ ਗੁਰੂ ਸਾਹਿਬਾਨਾਂ ਦਾ, ਮੈਨੂੰ ਇਸ ਪਾਸੇ ਆਉਣਾ ਪਿਆ। ਧਿਆਨ ਦਿਆ ਜੇ, ਉੱਥੇ ਹੀ ਫਿਰ ਆਵੋ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਕੋਟ ਆਨੰਦ ਜੈ ਹਰ ਗੁਣ ਗਾਹੀ ਬਿਪਤ ਤਹਾਂ। ਭਾਈ ਜਿੱਥੇ ਸਿਮਰਨ ਨਹੀਂ ਹੁੰਦਾ, ਜਹ ਹਰ ਸਿਮਰਨ ਨਾਹੀ, ਉੱਥੇ ਸਦੇ ਵਿਪਤਾ ਹੀ ਨੇ। ਉਹ ਗੁਰਦੁਆਰੇ ਵੀ ਆ ਕੇ ਝੂਰਦੇ ਰਹਿੰਦੇ ਨੇ, ਤੇ ਉਹ ਘਰ ਵੀ ਚਿੰਤਾ ਵਿੱਚ ਪਏ ਰਹਿੰਦੇ ਨੇ। ਗੁਰਦੁਆਰੇ ਵੀ ਆ ਕੇ ਇੱਕ ਦੂਸਰੇ ਨੂੰ ਝੂਰ ਝੂਰ ਕੇ ਆਪਣੀਆਂ ਚਿੰਤਾਵਾਂ ਤੇ ਆਪਣੇ ਪਰਿਵਾਰ ਦੀਆਂ ਸੁਣਾਉਂਦੇ ਰਹਿੰਦੇ ਨੇ। ਉਹ ਘਰ ਵਿੱਚ ਵੀ ਝੂਰਦੇ ਨੇ ਤੇ ਉਹ ਬਾਹਰ ਵੀ ਝੂਰਦੇ ਨੇ। ਉਦੋਂ ਸਮਝ ਲੈਣਾ ਚਾਹੀਦਾ ਸਾਡੇ ਹਿਰਦੇ ਘਰ ਵਿੱਚ ਰੱਬ ਦਾ ਸਿਮਰਨ ਕੋਈ ਨਹੀਂ ਹੈਗਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਬੇਪਤ ਤਹਾਂ ਜਹਾਂ ਹਰ ਸਿਮਰਨ ਨਾਹੀ। ਫਿਰ ਅੱਗੇ ਬਾਪੂ ਜੀ ਦੱਸੋ ਅੱਗੇ ਕੀ ਹੋਏਗਾ? ਅੱਗੇ ਸਤਿਗੁਰੂ ਜੀ ਦੱਸਦੇ ਨੇ,
कोट आनंद जह हर गुण गाही। जिथे हर परमात्मा दे गुणां नूं गाया जाता है, जिथे गुरु के उपदेश नूं कन दे के ध्यान नाल सुन के अपने अंदर वसाया जाता है, मेरे पातशाह जी कहते ने उत्थे करोड़ां आनंद, करोड़ां सुख, अनगिणत सुख ने। उत्थे बाहर भी सुख ते घर भी सुख, अंदर भी सुख ते बाहर भी सुख, क्योंकि उत्थे ये आ गया घर बाहर तेरा परभाषा तू जान के है संग। उत्थे ये पता लग गया हे मेरे मालिक तू मेरे नाल है, घर विच भी ते घर तो बाहर भी, हर थां ते तू मेरे नाल है। हर बिसरिया दुख, जे रब नूं विसार दईए ते मेरा बापू कहंदा फिर दुख ही ने, और कुछ भी नहीं गा। रोग कनेरे, फिर कई बारी कहने ना भी एक रोग हटदा है जी, दूसरा रोग चिमड़ जाता है। एक दी दवाई लैके हटने आ, एक बारी ऑपरेशन करा के आने आ, दूसरी रसौली फिर तैयार हो जाती है। हुण मेरा सतगुरु कह रहा, मैं कुछ नहीं कह रहा जी अपने कोलों, नहीं तो जाके अर्थ घर तुसीं वेख लिया जे गुरबाणी का ये अंग हैगा है 197 अंग ते है, गुरु का अंग 197 है। मैं अपने कोलों कख नहीं कह रहा, जाके अर्थ आप वेख लिया जी। मेरे साहब जी बख्शिश कर रहे ने, हर बिसरिया दुख, रब नूं वसारो ते दुख ही ने। रोग कनेरे, फिर सतगुरु जी अगे दसो, मेरे सतगुरु जी कहते प्रभ सेवा जम लगे ना नेरे। ते जेड़ा सेवा सिमरन विच लग जाता है, ये जम उन्होंने आके सताउंदे नहीं, रोग उन्हां दे नेड़े नहीं आउंदे, फटकदे भी नहीं आके नेड़े, क्योंकि उन्होंने रब नूं अंदर थां दे दित्ती है, परमात्मा नूं अपने अंदर वसा लिया है, ते उन्हां दे नेड़े रोग नहीं आउंदे। सो वड भागी निहचल थान, हे भाई वो सुभाग्य वड्डियां भागां वाले हो जाते ने, ते उस उन्हां दा जिहड़ा स्थान है, घर है, उत्थे गुरु दा अपना निवास हो जाता है। जिवें मैं कह रहा सी ना, गुरु अमरदास महाराज ने 2 थड़े बनवाए, ते भाई रामा जी कहते ने तुहानूं ते रोज़ भुल जाते हो, ते गुरु रामदास जी कहते ने महाराज तुसीं सोडी रोज़ ही भुल नहीं चितारदे, तुसीं सानूं रोज़ भुलिया नूं राहे पा देंदे हो, धन हो तुसीं। ते उस हिरदे घर विच, गुरु रामदास हिरदे घर विच धन गुरु अमरदास महाराज जी सदा लई बस गए, सदा लई अपना उन्होंने टिकाणा बना लिया, ते वो सारियां दे सिर मोर हो गए। ध्यान दिया जे, जहाँ जपिए प्रभ केवल नाम। चैकबुक होती ना, चैक भरते हैं ना, तो पिछे केवल लिख देने आ। जदों केवल लिखिया जाए तो होर अगे कुछ नहीं लिखिया जाता। जिथे केवल शब्द आ गया, गुरु नानक के घर केवल नाम, नानक दे घर विच केवल रब दा नाम ही है, इस तो इलावा होर कुछ नहीं है जी। नानक के घर केवल नाम। मेरे पातशाह कहते हैं, जहाँ जपिए प्रभ केवल नाम, जहाँ जाइए तह नाल मेरा स्वामी। स्वामी तो भावेंगे मालिक, फिर जिथे जाइए उथे मेरा मालिक नाल ही होंदा है। नानक को मिलिया अंतर जामी। नानक आखदा, हे भाई, हे दुनिया दे लोको, मैनू ते अंदर दी जानन वाला अंतरजामी मिल गया है। ते गुरु प्यारिओ मिलेगा उन्हां नूं जिहड़े गुरु दा शब्द, गुरु दा नाम, गुरु दा उपदेश अपने हिरदे विच वसाउणगे। ते जिवें भाई रामा जी तिल मिला उठे, तुसीं वड्डी उम्र दे हो गए हो, ते धन गुरु रामदास महाराज जी चरना ते ढह पए, तुसीं सानूं रोह जी बख्श देंदे हो। ते उत्थे धन गुरु नानक साहब महाराज जी दा जोत अपनी उत्थे जगमगा उठी। ते फिर भाई सत्ता जी ते भाई बलवंड जी नूं भी आखना पिया, धन धन रामदास गुर जिन श्रिया तिने सवारिया, पूरी होई करामात आप सिरजनहारै धारिया। धन गुरु रामदास महाराज दे चरनां च अरदास करिए, पातशाह साडे भी चिंता झोरे जिहड़े हैगे ने दुख दूर करो। ते जदों असीं गुरद्वारे आईए, असीं सारा कुछ भुल के तेरे चरनां दे नाल, तेरे शब्द दे नाल साडा भी चित्त जुड़ जा करे। मैं कुछ शब्द कहे ने, जे किसी नूं ठेस पहुंची होवे ते मैं भुल जरूर अपनी बख्शावांगा, पर अगे वास्ते मैं फिर बेनती करदा, जिथे तक मेरी आवाज़ जा रही है, जेड़े भी सुन रहे हो, गुरुद्वारे जदों आओ
ਤੇ ਆਪ ਸ਼ਾਂਤ ਹੋਇਆ ਕਰੋ ਤੇ ਦੂਸਰੇ ਨੂੰ ਸ਼ਾਂਤੀ ਲੈਣ ਦਾ ਅਵਸਰ ਬਖਸ਼ਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।